ਮੁਕਤੀ ਅਤੇ ਜੀਵਨ ਮੁਕਤੀ ਦਾ ਗੁਪਤ ਭੇਦ ਭਾਗ 2। ਅਨੰਤ ਪਰਮ ਸ਼ਾਂਤੀ ਬਾਪੂ ਜੀ, ਮੁਕਤੀ ਅਤੇ ਜੀਵਨ ਮੁਕਤੀ ਦੀ ਵੀਡੀਓ ਭਾਗ 1 ਦੀ ਅੱਗੇ ਦੀ ਸਿਲਸਿਲੇਵਾਰ ਚਰਚਾ ਦੇ ਭਾਗ 2 ਤੇ ਆਪ ਜੀ ਦਾ ਸਵਾਗਤ ਹੈ। ਆਪ ਜੀ ਪਹਿਲੇ ਭਾਗ ਦੀ ਵੀਡੀਓ ਦੇ ਅੰਤ ਤੇ ਕੁਝ ਦੱਸ ਰਹੇ ਸੀ। ਬਾਪੂ ਜੀ, ਹਾਂ, ਮੁਕਤੀ ਅਤੇ ਜੀਵਨ ਮੁਕਤੀ ਦੀ 1 ਸੈਕਿੰਡ ਦੀ ਗੱਲ ਦੱਸ ਰਿਹਾ ਸੀ, ਤੇ ਜੋ 1 ਸੈਕਿੰਡ ਦੀ ਗੱਲ ਹੈ ਨਾ, ਉਹ ਬੇਹੱਦ ਦੇ ਬਾਪ ਦਾ 1 ਸੈਕਿੰਡ ਹੈ। ਬੇਹੱਦ ਦਾ ਬਾਪ ਮਤਲਬ ਆਲਮਾਈਟੀ ਅਥਾਰਟੀ, ਯਾਨੀ ਸਰਵ ਸ਼ਕਤੀਮਾਨ ਪਰਮਪਿਤਾ ਪਰਮਾਤਮਾ, ਬੇਹੱਦ ਦੇ ਵਿਸ਼ਵ ਦਾ ਮਾਲਿਕ, ਬੇਹੱਦ ਦੇ ਸੰਸਾਰ ਦਾ ਸਿਰਜਣਹਾਰ ਹੈ। ਉਹ 1 ਸੈਕਿੰਡ ਦੇ ਅੰਦਰ ਪਰਮ ਤੱਤ ਬੇਹੱਦ ਦੇ ਪਰਮ ਧਾਮ ਤੋਂ ਉਤਾਰੇਗਾ, ਪਰਮ ਲਾਈਟ ਉਤਾਰੇਗਾ, ਪਰਮ ਲਾਈਟ ਤੋਂ ਮਹਾਤੱਤ ਬਣੇਗਾ, ਮਹਾਤੱਤ ਤੋਂ ਪਰਮ ਆਕਾਸ਼ ਬਣੇਗਾ, ਤੇ ਫਿਰ ਪਰਮ ਆਕਾਸ਼ ਪੂਰੇ ਮਲਟੀਵਰਸ ਤੇ ਫੈਲ ਜਾਏਗਾ। ਅਤੇ ਪੂਰੇ ਮਲਟੀਵਰਸ ਦੇ ਅੰਦਰ ਜਿੰਨੀਆਂ ਵੀ ਹਾਈ ਕੁਆਲਿਟੀ ਦੀ ਆਤਮਾਵਾਂ ਹਨ, ਯਾਨੀ ਜੋ ਪਰਮ ਪ੍ਰਕਾਸ਼ ਦੀ ਬਣੀਆਂ ਹੋਈਆਂ ਆਤਮਾਵਾਂ ਹਨ, ਉਹ ਵੀ ਬਚਣਗੀਆਂ, ਯਾਨੀ ਜੀਵਨ ਮੁਕਤੀ ਤੇ ਜਾਣਗੀਆਂ। ਅਤੇ ਜੋ ਪਰਮ ਪ੍ਰਕਾਸ਼ ਤੋਂ ਘੱਟ ਕੁਆਲਿਟੀ ਵਾਲੀਆਂ ਯਾਨੀ ਪਰਮ ਤੱਤਾਂ ਵਾਲੀਆਂ ਆਤਮਾਵਾਂ ਜਾਂ ਤੱਤਾਂ ਤੋਂ ਬਣੀਆਂ ਆਤਮਾਵਾਂ ਹਨ, ਜਾਂ ਆਕਾਸ਼ ਤੱਤ ਤੋਂ ਬਣੀਆਂ ਹਨ, ਪਰਮ ਆਕਾਸ਼ ਤੋਂ ਬਣੀਆਂ ਹਨ, ਉਹ ਸਾਰੀਆਂ ਮੁਕਤ ਹੋ ਜਾਣਗੀਆਂ। ਇੱਕ ਘੜੀ ਦੇ ਅੰਦਰ ਹੀ ਮੁਕਤੀ ਅਤੇ ਜੀਵਨ ਮੁਕਤੀ ਦਾ ਕੰਮ ਹੋ ਜਾਏਗਾ। ਬਾਕੀ ਜੋ 9 ਲੱਖ ਬੇਹੱਦ ਦੀ ਆਤਮਾਵਾਂ ਹਨ, ਜਿਨ੍ਹਾਂ ਦੀ ਬੇਹੱਦ ਦੇ ਸੰਸਾਰ ਦੇ ਮਾਲਿਕ ਨੇ ਇੱਥੇ ਪੂਰਾ ਮਲਟੀਵਰਸ ਬਦਲਣ ਦੇ ਲਈ ਸਿਰਜਣਾ ਕੀਤੀ ਹੈ, ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਹੈ ਨਾ, 9,16,000, 1008, 108 ਉਹੀ ਜੀਵਨ ਮੁਕਤੀ ਤੇ ਜਾਣਗੀਆਂ। ਬਾਕੀ ਸਾਰਿਆਂ ਦੀ ਮੁਕਤੀ ਹੋ ਜਾਏਗੀ। ਬ੍ਰਹਮਾ ਕੁਮਾਰੀਜ਼ ਸੰਸਥਾ ਤੇ ਜੋ ਕ੍ਰਿਸ਼ਨ ਵਾਲੀ ਆਤਮਾ ਹੈ ਅਤੇ ਜੋ ਉੱਥੇ ਬਾਣੀਆਂ ਯਾਨੀ ਮਹਾਵਾਕ ਚਲਾਉਂਦੀ ਹੈ, ਉਹਨਾਂ ਬਾਣੀਆਂ ਤੇ ਇਹ ਗੱਲ ਦੱਸੀ ਹੋਈ ਹੈ। ਜੋ ਲੋਕ ਬ੍ਰਹਮਾ ਕੁਮਾਰੀਜ਼ ਸੰਸਥਾ ਤੇ ਜਾਂਦੇ ਹਨ, ਉਹਨਾਂ ਨੇ ਬਾਣੀਆਂ ਸੁਣੀਆਂ ਹੋਈਆਂ ਹਨ ਤੇ ਉਹ ਲੋਕ ਮੁਕਤੀ ਅਤੇ ਜੀਵਨ ਮੁਕਤੀ ਨੂੰ ਜਾਣਦੇ ਹਨ। ਤੇ ਹੁਣ ਮੁਕਤੀ ਅਤੇ ਜੀਵਨ ਮੁਕਤੀ ਦਾ ਸਮਾਂ ਆ ਗਿਆ ਹੈ। ਈਸਾਈ ਧਰਮ ਵਾਲੇ ਜਾਂ ਕ੍ਰਿਸਚਨ ਅਤੇ ਮੁਸਲਮਾਨ ਵੀ ਉਸ ਨੂੰ ਜਜਮੈਂਟ ਡੇ ਯਾਨੀ ਫੈਸਲੇ ਦਾ ਦਿਨ ਕਹਿੰਦੇ ਹਨ। ਤੇ ਜਜਮੈਂਟ ਡੇ ਦੇ ਅੰਦਰ ਕੀ ਦੱਸਿਆ ਗਿਆ ਹੈ? ਇਹ ਦੱਸਿਆ ਗਿਆ ਹੈ ਕਿ ਕਯਾਮਤ ਦੇ ਦਿਨ ਤੇ ਖੁਦਾ ਤਾਲਾ ਨੂਰ ਸਵਰੂਪ ਤੇ ਧਰਤੀ ਤੇ ਆ ਕੇ ਕਬਰ ਤੋਂ ਚੁੱਕ ਕੇ ਲੈ ਜਾਏਗਾ। ਮਤਲਬ ਫੈਸਲੇ ਦੇ ਦਿਨ ਆਲਮਾਈਟੀ ਅਥਾਰਟੀ ਪ੍ਰਕਾਸ਼ ਦੇ ਰੂਪ ਤੇ ਧਰਤੀ ਤੇ ਆ ਕੇ ਕਬਰ ਯਾਨੀ ਨੈਗੇਟਿਵ ਆਤਮਾਵਾਂ ਨੂੰ ਜਾਂ ਹਲਕੀ ਕੁਆਲਿਟੀ ਦੇ ਤੱਤਾਂ ਵਾਲੀਆਂ ਤੋਂ ਬਣੀਆਂ ਆਤਮਾਵਾਂ ਨੂੰ ਮੁਕਤੀ ਦੇਗਾ ਅਤੇ ਹਾਈ ਕੁਆਲਿਟੀ ਆਤਮਾਵਾਂ ਨੂੰ ਜੀਵਨ ਮੁਕਤੀ ਦੇਗਾ। ਪਰ ਉਹ ਲੋਕ ਕਬਰ ਤੋਂ ਚੁੱਕ ਕੇ ਲੈ ਜਾਣ ਵਾਲੀ ਗੱਲ ਨੂੰ ਇਸ ਤਰ੍ਹਾਂ ਸਮਝਦੇ ਹਨ ਕਿ ਸੱਚਮੁੱਚ ਤੇ ਹੀ 5 ਤੱਤਾਂ ਵਾਲਾ ਜੋ ਸਥੂਲ ਸਰੀਰ ਹੈ, ਉਸ ਨੂੰ ਚੁੱਕ ਕੇ ਲੈ ਜਾਏਗਾ। ਐਸੀ ਕਰਕੇ ਉਹ 5 ਤੱਤਾਂ ਦੇ ਸਰੀਰ ਨੂੰ ਕਬਰ ਤੇ ਰੱਖਦੇ ਹਨ, ਜਲਾਉਂਦੇ ਨਹੀਂ ਹਨ। ਪਰ 5 ਤੱਤਾਂ ਵਾਲਾ ਸਥੂਲ ਸਰੀਰ ਤੇ ਕਬਰ ਦੇ ਵਿੱਚ ਖਤਮ ਹੋ ਜਾਏਗਾ, ਕੰਮ ਦਾ ਨਹੀਂ ਰਹੇਗਾ। ਅਤੇ ਉਸ ਦੇ ਅੰਦਰੋਂ ਤੇ ਆਤਮਾ ਨਿਕਲ ਗਈ ਹੈ ਨਾ, ਆਤਮਾ ਤੇ ਸਰੀਰ ਤੋਂ ਨਿਕਲ ਗਈ ਹੈ। ਆਤਮਾ ਨੂੰ ਉਹ ਲੋਕ ਰੂਹ ਜਾਂ ਸੋਲ ਕਹਿੰਦੇ ਹਨ। ਅਨੰਤ ਤੇ ਬਾਪੂ ਜੀ, ਮਹਾਪਰਿਵਰਤਨ ਯਾਨੀ ਪੂਰੇ ਬੇਹੱਦ ਦੇ ਮਲਟੀਵਰਸ ਦੇ ਬਦਲਾਵ ਦਾ ਸੀਨ ਜਾਂ ਨਜ਼ਾਰਾ ਕਿਸ ਤਰ੍ਹਾਂ ਦਾ ਹੋਏਗਾ ਅਤੇ ਕਿੰਨੇ ਸੈਕਿੰਡ ਤੇ ਮੁਕਤੀ ਅਤੇ ਜੀਵਨ ਮੁਕਤੀ ਮਿਲੇਗੀ? ਬਾਪੂ ਜੀ, ਵੇਖੋ, ਜਦੋਂ ਬਦਲਾਵ ਇੱਕ ਬ੍ਰਹਮੰਡ ਦਾ ਹੁੰਦਾ ਹੈ, ਉਦੋਂ ਸ਼ਿਵ ਯਾਨੀ ਇੱਕ ਬ੍ਰਹਮੰਡ ਦਾ ਮਾਲਿਕ ਕਾਲ ਅਗਨ ਜਲਾ ਕੇ ਪੂਰੇ ਬ੍ਰਹਮੰਡ ਨੂੰ ਸਾੜ ਦਿੰਦਾ ਹੈ। ਉਸ ਨੂੰ ਬਦਲਾਵ ਜਾਂ ਪਰਿਵਰਤਨ ਕਵਾਂਗੇ। ਜਦੋਂ ਗੈਲੈਕਸੀ ਦਾ ਮਾਲਿਕ ਮਹਾਸ਼ਿਵ ਮਹਾਕਾਲ ਬਣ ਕੇ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਨੂੰ ਆਪਣੇ ਰੋਮ ਰੋਮ ਤੇ ਸਮਾ ਲੈਂਦਾ ਹੈ, ਉਸ ਨੂੰ ਮਹਾਪਰਿਵਰਤਨ ਕਵਾਂਗੇ। ਉਹ ਗੈਲੈਕਸੀ ਨੂੰ ਸਮੇਟ ਲੈਂਦਾ ਹੈ। ਐਸੀ ਤਰ੍ਹਾਂ ਪਰਮ ਮਹਾਸ਼ਿਵ ਪਰਮ ਮਹਾਪਰਿਵਰਤਨ ਕਰਕੇ ਯੂਨੀਵਰਸ ਨੂੰ ਵਾਈਂਡ ਅਪ ਕਰ ਲੈਂਦਾ ਹੈ। ਐਸੀ ਤਰ੍ਹਾਂ ਜੇਕਰ ਇੱਕ ਮਲਟੀਵਰਸ ਨੂੰ ਵਾਈਂਡ ਅਪ ਕਰਨਾ ਹੈ ਤੇ ਉਦੋਂ ਉਸ ਪਰਿਵਰਤਨ ਨੂੰ ਪਰਮ ਮਹਾਪਰਿਵਰਤਨ ਕਵਾਂਗੇ। ਉਸ ਨੂੰ ਸਿਰਫ ਮਹਾਪਰਿਵਰਤਨ ਨਹੀਂ ਕਵਾਂਗੇ, ਮਹਾਪਰਿਵਰਤਨ ਤੇ ਇੱਕ ਗੈਲੈਕਸੀ ਦੇ ਪਰਿਵਰਤਨ ਨੂੰ ਕਵਾਂਗੇ। ਮਹਾਸ਼ਿਵ ਦੇ ਮਹਾਕਾਲ ਪਰਲੇ ਨੂੰ ਮਹਾਪਰਿਵਰਤਨ ਕਵਾਂਗੇ।
ਪਰ ਇਹ ਤੇ ਯਾਨੀ ਪੂਰੇ ਮਲਟੀਵਰਸ ਦਾ ਪਰਿਵਰਤਨ ਤੇ ਪਰਮ 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 ਮਹਾਪਰਿਵਰਤਨ ਹੈ, ਕਿਉਂਕਿ ਜੋ ਮਲਟੀਵਰਸ ਦਾ ਮਾਲਿਕ ਜਾਂ ਸਿਰਜਣਹਾਰ ਹੈ ਉਹ ਪੂਰੇ ਪਰਮ ਪਰਮ ਇਸ ਤਰ੍ਹਾਂ 100 ਵਾਰ ਦਾ ਮਹਾਸ਼ਿਵ ਹੈ। ਤੇ ਹੁਣ ਜਿਸ ਮਲਟੀਵਰਸ ਦਾ ਬਦਲਾਵ ਹੋਣਾ ਹੈ, ਮਤਲਬ ਪਰਮ ਪਰਮ 100 ਵਾਰ ਮਹਾਪਰਿਵਰਤਨ ਹੋਏਗਾ, ਇੰਨਾ ਵੱਡਾ ਪਰਿਵਰਤਨ ਹੋਏਗਾ। ਕਿਉਂਕਿ ਇਹ ਇੰਨਾ ਵੱਡਾ ਬਦਲਾਵ ਹੋਣਾ ਹੈ, ਉਹ ਵੀ ਇੱਕੋ ਵਾਰ ਇੱਕੋ ਹੀ ਟਾਈਮ ਤੇ ਇਸ ਬਦਲਾਵ ਨੂੰ ਅਸੀਂ ਬੇਹੱਦ ਦਾ ਮਹਾਪਰਿਵਰਤਨ ਕਵਾਂਗੇ। ਹੁਣ ਜੋ ਬੇਹੱਦ ਦਾ ਮਹਾਪਰਿਵਰਤਨ ਹੋਣਾ ਹੈ, ਉਸ ਦੇ ਅੰਦਰ ਜੋ ਆਤਮਾਵਾਂ ਦੁੱਖ ਦਰਦ ਨਾਲ ਤੜਫ ਰਹੀਆਂ ਹਨ, ਆਤਮਾਵਾਂ ਸਭ ਜਗ੍ਹਾ ਬਹੁਤ ਤੜਫ ਰਹੀਆਂ ਹਨ, ਭਾਵੇਂ ਉਹ ਗੈਲੈਕਸੀ ਹੋਵੇ, ਭਾਵੇਂ ਸੋਲਰ ਸਿਸਟਮ ਹੋਵੇ, ਜਾਂ ਯੂਨੀਵਰਸ ਜਾਂ ਗ੍ਰੇਟ ਯੂਨੀਵਰਸ ਜਾਂ ਮਲਟੀਵਰਸ ਹੋਵੇ, ਸਭ ਜਗ੍ਹਾ ਤੇ ਆਤਮਾਵਾਂ ਤੜਫ ਰਹੀਆਂ ਹਨ। ਆਪਸ ਤੇ ਬਹੁਤ ਲੜਾਈ ਝਗੜਾ ਹੋ ਰਿਹਾ ਹੈ, ਸਭ ਜਗ੍ਹਾ ਹੋ ਰਿਹਾ ਹੈ। ਤੇ ਆਤਮਾਵਾਂ ਨੂੰ ਹੁਣ ਇਸ ਦੁੱਖ ਤਕਲੀਫ ਦੀ ਤੜਫਣ ਤੋਂ ਮੁਕਤੀ ਜਾਂ ਛੁਟਕਾਰਾ ਦਿਵਾਉਣ ਲਈ ਨਾ ਤੇ ਮਹਾਸ਼ਿਵ ਦੇ ਕੋਲ ਪਾਵਰ ਹੈ, ਨਾ ਸ਼ਿਵ ਦੇ ਕੋਲ, ਨਾ ਯੂਨੀਵਰਸ ਦੇ ਮਾਲਿਕ ਪਰਮ ਮਹਾਸ਼ਿਵ ਦੇ ਕੋਲ, ਨਾ ਗ੍ਰੇਟ ਯੂਨੀਵਰਸ ਦੇ ਮਾਲਿਕ ਪਰਮ ਪਰਮ ਮਹਾਸ਼ਿਵ ਦੇ ਕੋਲ, ਨਾ ਮਲਟੀਵਰਸ ਦੇ ਮਾਲਿਕ ਜੋ ਕਿ ਪਰਮ ਰੇਜ਼ ਟੂ 100 ਯਾਨੀ 100 ਵਾਰ ਪਰਮ ਮਹਾਸ਼ਿਵ। ਜਿਸ ਤਰ੍ਹਾਂ ਕਿ ਅਸੀਂ ਦੱਸਿਆ ਹੈ ਕਿ ਮਲਟੀਵਰਸ ਦਾ ਮਾਲਿਕ ਪਰਮ ਪਰਮ 100 ਵਾਰ ਮਹਾਸ਼ਿਵ ਹੈ, ਉਸ ਦੇ ਕੋਲ ਵੀ ਪਾਵਰ ਨਹੀਂ ਹੈ। ਤੇ ਹੁਣ ਇਸ ਕਰਕੇ ਆਲਮਾਈਟੀ ਅਥਾਰਟੀ ਨੂੰ ਆਪ ਹੀ ਬ੍ਰਹਮੰਡ ਤੇ ਆ ਕੇ ਸਾਰੇ ਮਲਟੀਵਰਸ ਨੂੰ ਪਾਵਰ ਦੇ ਕੇ ਬਦਲਾਵ ਦਾ ਕੰਮ ਕਰਨਾ ਪੈਂਦਾ ਹੈ। ਇਸ ਕਰਕੇ ਹੁਣ ਪਰਿਵਰਤਨ ਦਾ ਕੰਮ ਆਲਮਾਈਟੀ ਅਥਾਰਟੀ ਕਰੇਗਾ। ਅਨੰਤ ਤੇ ਬਾਪੂ ਜੀ, ਹੁਣ ਕਿਹੜਾ ਪੁਰਸ਼ਾਰਥ ਯਾਨੀ ਤਪੱਸਿਆ ਬੈਸਟ ਹੈ? ਜੀਵਨ ਮੁਕਤੀ ਲੈਣ ਦੇ ਲਈ ਕੀ ਕਰਨਾ ਚਾਹੀਦਾ? ਬਾਪੂ ਜੀ, ਪਰ ਮਹਾਪਰਿਵਰਤਨ ਵਾਲੀ ਗੱਲ ਤੇ ਹਲੇ ਪੂਰੀ ਨਹੀਂ ਹੋਈ। ਹਲੇ ਇਹ ਦੱਸਣਾ ਤੇ ਰਹਿ ਗਿਆ ਨਾ ਕਿ ਮਹਾਪਰਿਵਰਤਨ ਕਿਸ ਤਰ੍ਹਾਂ ਹੋਏਗਾ। ਜਦੋਂ 9 ਲੱਖ ਤਿਆਰ ਹੋ ਜਾਣਗੇ ਅਤੇ 108 ਵੀ ਜਦੋਂ ਤਿਆਰ ਹੋ ਜਾਣਗੇ, ਬੇਹੱਦ ਦੀ ਹਾਈ ਕੁਆਲਿਟੀ ਆਤਮਾਵਾਂ ਜੋ ਕਿ 108 ਹਨ ਤੇ 108 ਨੂੰ ਸਪੋਰਟ ਕਰਨ ਲਈ 1008, ਫਿਰ 16000, 9 ਲੱਖ ਸਾਰੇ ਇੱਕ ਸਾਥ ਹੀ ਜਦੋਂ ਤਿਆਰ ਹੋ ਜਾਣਗੇ, ਉਦੋਂ ਉਹਨਾਂ ਆਤਮਾਵਾਂ ਦੇ ਲਈ ਉੱਚੇ ਤੋਂ ਉੱਚੇ ਪਰਮ ਧਾਮ ਤੇ ਜਾਣ ਦੇ ਲਈ ਇੱਕ ਪਰਮ ਪ੍ਰਕਾਸ਼ ਦਾ ਗੋਲਾ ਹੋਏਗਾ ਅਤੇ ਉਸ ਪਰਮ ਪ੍ਰਕਾਸ਼ ਦੇ ਗੋਲੇ ਤੇ ਇਹ 9 ਲੱਖ ਆਤਮਾਵਾਂ ਬੈਠ ਕੇ ਉੱਚੇ ਤੋਂ ਉੱਚੇ ਪਰਮ ਧਾਮ ਤੇ ਚਲੇ ਜਾਣਗੀਆਂ। ਅਤੇ ਉਸੇ ਵਕਤ ਮਤਲਬ ਪੈਰਲਰ ਜਾਂ ਇੱਕ ਸਾਥ ਹੀ ਇੱਕੋ ਹੀ ਵਕਤ ਤੇ ਆਲਮਾਈਟੀ ਅਥਾਰਟੀ ਉੱਪਰੋਂ ਦੀ ਪਰਮ ਪ੍ਰਕਾਸ਼ ਉਤਾਰੇਗਾ ਤੇ ਫਿਰ ਪਰਮ ਪ੍ਰਕਾਸ਼ ਪਰਮ ਮਹਾਤੱਤ ਪਰਮ ਆਕਾਸ਼ ਤੱਤ ਨੂੰ ਪੂਰੇ ਮਲਟੀਵਰਸ ਤੇ ਭਰ ਦੇਗਾ। ਇਸ ਦੇ ਵਿੱਚ ਜੋ ਹਲਕੀ ਕੁਆਲਿਟੀ ਦੀ ਆਤਮਾ ਹੈ ਉਹ ਮੁਕਤ ਹੋ ਜਾਏਗੀ, ਹਾਈ ਕੁਆਲਿਟੀ ਆਤਮਾ ਜੀਵਨ ਮੁਕਤ ਹੋ ਜਾਏਗੀ। ਇੱਕ ਘੜੀ ਦੇ ਅੰਦਰ ਪੂਰਾ ਮਲਟੀਵਰਸ ਬਦਲ ਜਾਏਗਾ ਤੇ ਇਹ ਪਰਿਵਰਤਨ ਦਾ ਪ੍ਰੋਸੈਸ ਹੈ। ਸਾਡੀ ਇੱਕ ਵੀਡੀਓ ਤੇ ਅਸੀਂ ਦੱਸਿਆ ਹੈ, ਜੇਕਰ ਪੂਰਾ ਡਿਟੇਲ ਤੇ ਵੇਖਣਾ ਹੈ ਤੇ ਉਸ ਵੀਡੀਓ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ 108, 1008, 16000 ਪ੍ਰੋਸੈਸ ਤੇ ਆਉਣਗੀਆਂ, ਕੀ ਕਰਨਗੀਆਂ। ਫਿਊਚਰ ਨਿਊ ਵਰਲਡ ਦੀ ਵੀਡੀਓ ਤੇ ਅਸੀਂ ਸਾਰਾ ਬਦਲਾਵ ਜਾਂ ਪਰਿਵਰਤਨ ਦਾ ਪ੍ਰੋਸੈਸ ਦੱਸਿਆ ਹੈ ਕਿ ਪਰਿਵਰਤਨ ਕਿਸ ਤਰ੍ਹਾਂ ਹੋਏਗਾ। ਫਿਊਚਰ ਪਰਿਵਰਤਨ ਦੀ ਵੀਡੀਓ ਬਣਾਈ ਹੈ, ਉਸ ਵੀਡੀਓ ਨੂੰ ਵੇਖੋ ਤੇ ਇਹ ਸਭ ਯਾਨੀ ਮਹਾਪਰਿਵਰਤਨ ਹੋਣਾ ਹੀ ਹੈ। ਅਨੰਤ ਬਾਪੂ ਜੀ, ਹੁਣ ਆਤਮਾਵਾਂ ਨੂੰ ਕੀ ਪੁਰਸ਼ਾਰਥ ਜਾਂ ਤਪੱਸਿਆ ਦੀ ਮਿਹਨਤ ਕਰਨੀ ਚਾਹੀਦੀ? ਭਾਵੇਂ ਉਹ ਇਸ ਧਰਤੀ ਤੇ ਜਿੰਦਾ ਹਨ, ਭਾਵੇਂ ਉਹ ਆਤਮਾਵਾਂ ਉੱਪਰ ਦੇ ਲੋਕ ਤੇ ਬੈਠੀਆਂ ਹਨ, ਇਹਨਾਂ ਸਾਰੀਆਂ ਆਤਮਾਵਾਂ ਦੇ ਲਈ ਪੁੱਛ ਰਿਹਾ ਹਾਂ। ਵੈਸੇ ਆਪ ਜੀ ਦੀ ਵੀਡੀਓ ਹੈ ਫਿਊਚਰ ਪਿਓਰ ਪਰਿਵਰਤਨ ਵਾਲੀ, ਪਰ ਹੁਣ ਜੋ ਆਪ ਜੀ ਦੱਸੋਗੇ ਉਹ ਗਿਆਨ ਆਪ ਜੀ ਦੇ ਬੋਲਣ ਜਾਂ ਦੱਸਣ ਕਰਕੇ ਇਸ ਵਾਤਾਵਰਣ ਤੇ ਜਾਏਗਾ ਅਤੇ ਸਭ ਜਗ੍ਹਾ ਜਿੱਥੇ ਵੀ ਆਤਮਾਵਾਂ ਮੌਜੂਦ ਹਨ ਉਹ ਵੇਖ ਅਤੇ ਸੁਣ ਸਕਣਗੀਆਂ ਤੇ ਇੱਕ ਤਰ੍ਹਾਂ ਨਾਲ ਇਹ ਉਹਨਾਂ ਆਤਮਾਵਾਂ ਲਈ ਡਾਇਰੈਕਸ਼ਨ ਜਾਂ ਸਹੀ ਰਸਤਾ ਦੱਸਣ ਦਾ ਸੁਝਾਅ ਹੋਏਗਾ ਜੋ ਹੁਣੇ ਆਪ ਜੀ ਦੱਸੋਗੇ। ਬਾਪੂ ਜੀ, ਉਸ ਤਰ੍ਹਾਂ ਤੇ ਮੈਂ ਸਾਰੀਆਂ ਆਤਮਾਵਾਂ ਲਈ ਇੱਕੋ ਹੀ ਗੱਲ ਕਵਾਂਗਾ ਕਿ ਸਾਡੇ ਵੀਡੀਓਜ਼ ਵੇਖਣ। ਇਹ ਵੀਡੀਓਜ਼ ਹੱਦ ਵਾਲੀਆਂ ਆਤਮਾਵਾਂ ਲਈ ਵੀ ਹਨ ਅਤੇ ਬੇਹੱਦੀ ਆਤਮਾਵਾਂ ਦੇ ਲਈ ਵੀ ਹਨ।
ਬੇਹੱਦ ਦੀਆਂ ਆਤਮਾਵਾਂ ਬੇਹੱਦ ਦੇ ਗਿਆਨ ਲਈ ਬੇਹੱਦ ਦੇ ਬ੍ਰਹਮੰਡ ਤੱਕ ਜਾਣਗੀਆਂ। ਹੱਦ ਵਾਲੀਆਂ ਆਤਮਾਵਾਂ ਮੁਕਤ ਹੋਣਗੀਆਂ ਅਤੇ ਬੇਹੱਦ ਵਾਲੀਆਂ ਜੀਵਨ ਮੁਕਤੀ ਤੇ ਹੋਣਗੀਆਂ। ਤੇ ਹੱਦ ਵਾਲੇ ਬੇਹੱਦ ਦੋਨੋਂ ਤਰ੍ਹਾਂ ਦੀ ਆਤਮਾਵਾਂ ਦੇ ਲਈ ਸਾਡੇ ਵੀਡੀਓਜ਼ ਹਨ। ਸਾਡੇ ਵੀਡੀਓਜ਼ ਵੇਖੋ। ਆਨੰਦ ਤੇ ਬਾਪੂ ਜੀ, ਕੋਈ ਵੀ ਆਤਮਾ ਆਪਣਾ ਲੈਵਲ ਕਿਸ ਤਰ੍ਹਾਂ ਸਮਝੇ ਕਿ ਮੈਂ ਇੱਥੇ ਦੀ ਆਤਮਾ ਹਾਂ, ਯਾਨੀ ਸ਼ਿਵ ਦੀ ਆਤਮਾ ਹਾਂ, ਮਹਾਸ਼ਿਵ ਦੀ ਆਤਮਾ ਹਾਂ ਜਾਂ ਪਰਮ ਮਹਾਸ਼ਿਵ ਦੀ ਆਤਮਾ ਹਾਂ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਜਾਣੇ? ਇਹ ਗੱਲ ਮੈਨੂੰ ਬਹੁਤ ਲੋਕੀ ਪੁੱਛਦੇ ਹਨ। ਬਾਪੂ ਜੀ, ਵੇਖੋ, ਹਰ ਕਿਸੇ ਆਤਮਾ ਦੀ ਪਛਾਣ ਹੈ ਗਿਆਨ। ਜਿਸ ਤਰ੍ਹਾਂ ਕਿ ਇੱਕ ਡਾਕਟਰ ਹੈ ਤੇ ਡਾਕਟਰ ਨੂੰ ਕਿਸ ਤਰ੍ਹਾਂ ਪਛਾਣਦੇ ਹੋ? ਆਨੰਦ, ਉਸ ਦੀ ਪੜ੍ਹਾਈ ਜਾਂ ਹਾਸਿਲ ਕੀਤੀਆਂ ਹੋਈਆਂ ਡਾਕਟਰੀ ਦੀ ਡਿਗਰੀਆਂ ਦੇ ਨਾਲ। ਬਾਪੂ ਜੀ, ਤੇ ਉਹ ਡਾਕਟਰੀ ਪੜ੍ਹਿਆ ਹੈ ਨਾ, ਉਸ ਦੇ ਕੋਲ ਡਾਕਟਰੀ ਦੀ ਡਿਗਰੀ ਜਿੰਨਾ ਗਿਆਨ ਹੈ ਨਾ, ਉਸੇ ਤਰ੍ਹਾਂ ਇਹ ਗਿਆਨ ਵੀ ਪਛਾਣ ਹੈ। ਕੋਈ ਆਤਮਾ ਸ਼ਿਵ ਦੇ ਗਿਆਨ ਤੱਕ ਹੀ ਜਾਂਦੀ ਹੈ, ਯਾਨੀ ਸ਼ਿਵ ਦਾ ਹੀ ਗਿਆਨ ਸਮਝਦੀ ਹੈ, ਸ਼ਿਵ ਤੋਂ ਅੱਗੇ ਦਾ ਗਿਆਨ ਨਹੀਂ ਸਮਝਦੀ, ਤੇ ਸਮਝੋ ਇਹ ਸ਼ਿਵ ਦੀ ਸਿਰਜਣਾ ਹੈ। ਉਹ ਆਤਮਾਵਾਂ ਆਪਣੇ ਬਾਪ ਦੀ ਪਛਾਣ ਤੱਕ ਦਾ ਹੀ ਗਿਆਨ ਸਮਝਦੀਆਂ ਹਨ ਅਤੇ ਉੱਥੋਂ ਤੱਕ ਹੀ ਜਾਂਦੀਆਂ ਹਨ। ਜੇਕਰ ਕੋਈ ਮਹਾਸ਼ਿਵ ਯਾਨੀ ਗੈਲੈਕਸੀ ਤੱਕ ਦਾ ਹੀ ਗਿਆਨ ਸਮਝਦੀ ਹੈ, ਸੁਣਦੀ ਹੈ ਜਾਂ ਗਿਆਨ ਉਸ ਨੂੰ ਚੰਗਾ ਲੱਗਦਾ ਹੈ, ਤੇ ਸਮਝੋ ਕਿ ਇਹ ਮਹਾਸ਼ਿਵ ਦੀ ਕੈਟਾਗਰੀ ਦੀ ਆਤਮਾ ਹੈ, ਗੈਲੈਕਸੀ ਤੋਂ ਆਈ ਹੋਈ ਹੈ। ਜੇਕਰ ਹੋਰ ਕੋਈ ਆਤਮਾ ਯੂਨੀਵਰਸ ਤੱਕ ਦੇ ਗਿਆਨ ਨੂੰ ਸੁਣਦੀ ਅਤੇ ਸਮਝਦੀ ਹੈ ਅਤੇ ਉਸ ਨੂੰ ਯੂਨੀਵਰਸ ਦਾ ਗਿਆਨ ਚੰਗਾ ਲੱਗਦਾ ਹੈ, ਤੇ ਸਮਝੋ ਕਿ ਇਹ ਆਤਮਾ ਪਰਮ ਮਹਾਸ਼ਿਵ ਦੀ ਆਤਮਾ ਹੈ ਅਤੇ ਯੂਨੀਵਰਸ ਤੋਂ ਆਈ ਹੈ। ਬਸ ਇਸੇ ਤਰ੍ਹਾਂ ਕੋਈ ਮਲਟੀਵਰਸ ਤੋਂ ਆਈ ਹੈ। ਕੋਈ ਆਤਮਾ ਜੇਕਰ ਬੇਹੱਦ ਦੀ ਹੈ ਤੇ ਉਸ ਨੂੰ ਬੇਹੱਦ ਦੇ ਬ੍ਰਹਮੰਡ ਦਾ ਗਿਆਨ ਚਾਹੀਦਾ। ਬੇਹੱਦ ਦਾ ਗਿਆਨ ਲੱਭਦੇ ਉਹ ਇਸ ਬੇਹੱਦ ਦੇ ਗਿਆਨ ਕੋਲ ਆ ਜਾਏਗੀ। ਇਸ ਕਰਕੇ ਗਿਆਨ ਹੈ ਪਛਾਣ। ਆਨੰਦ ਤੇ ਬਾਪੂ ਜੀ, ਕੁਝ ਆਤਮਾਵਾਂ 5000 ਵਰਲਡ ਦੇ ਡਰਾਮੇ ਤੇ ਹੀ ਖੁਸ਼ ਹਨ, ਤੇ ਫਿਰ ਉਹਨਾਂ ਆਤਮਾਵਾਂ ਦਾ ਕੀ? ਬਾਪੂ ਜੀ, ਉਹਨਾਂ ਆਤਮਾਵਾਂ ਲਈ ਬਸ ਸਾਨੂੰ ਰਹਿਮ ਆਉਂਦਾ ਹੈ। ਉਹ ਤੇ ਮੁਕਤ ਹੋਣ ਵਾਲੀਆਂ ਆਤਮਾਵਾਂ ਹਨ, ਉਹ ਗਿਆਨ ਨਹੀਂ ਸਮਝਣਗੀਆਂ। 5000 ਸਾਲ ਦਾ ਵਰਲਡ ਡਰਾਮਾ ਸਮਝਦੀਆਂ ਹਨ ਨਾ। ਯਾਨੀ ਕੁਝ ਸੰਸਥਾ ਵਾਲੇ ਕਹਿੰਦੇ ਹਨ ਕਿ ਇਹ ਸੰਸਾਰ ਦੀ ਸਿਰਜਣਾ ਹਰ 5000 ਸਾਲ ਬਾਅਦ ਰਿਪੀਟ ਹੁੰਦੀ ਹੈ। ਇਹ ਵਰਲਡ ਦਾ ਡਰਾਮਾ ਹਰ 5000 ਸਾਲ ਬਾਅਦ ਹੂਬਹੂ ਰਿਪੀਟ ਹੁੰਦਾ ਹੈ, ਤੇ ਹੁਣ ਕਲਯੁਗ ਦੇ ਅੰਤ ਤੋਂ ਬਾਅਦ ਦੁਬਾਰਾ ਸਤਯੁਗ ਆਏਗਾ, ਤੇ ਇਸ ਤਰ੍ਹਾਂ ਦੀ ਇਹ ਦੁਨੀਆ ਹਰ 5000 ਸਾਲ ਬਾਅਦ ਇਤਿਹਾਸ ਦੁਹਰਾਉਂਦੀ ਹੈ। ਤੇ 5000 ਸਾਲ ਦਾ ਵਰਲਡ ਡਰਾਮਾ ਸਮਝਣ ਵਾਲੀਆਂ ਆਤਮਾਵਾਂ ਲਈ ਉਹਨਾਂ ਦੀ ਬਾਣੀਆਂ ਤੇ ਦੱਸਿਆ ਗਿਆ ਹੈ ਕਿ ਐਸੀ ਆਤਮਾਵਾਂ ਜੋ ਕਿ ਝੂਠੇ 5000 ਸਾਲ ਦੇ ਵਰਲਡ ਡਰਾਮਾ ਦੇ ਚੱਕਰ ਤੇ ਫਸ ਗਈਆਂ ਹਨ ਕਿ ਤੁਸੀਂ ਜਾਨਵਰ ਦੀ ਤਰ੍ਹਾਂ ਦੇ, ਸੱਪ ਦੀ ਤਰ੍ਹਾਂ ਦੇ, ਕੌੜੀ ਦੀ ਕੀਮਤ ਵਾਲੇ ਬਣ ਗਏ ਹੋ। ਪਰ ਜੋ ਆਤਮਾਵਾਂ 5000 ਸਾਲ ਦਾ ਵਰਲਡ ਡਰਾਮਾ ਕਹਿੰਦੀਆਂ ਹਨ, ਯਾਨੀ 5000 ਦਾ ਕਲਪ ਕਹਿੰਦੀਆਂ ਹਨ, ਕਲਪ ਮਤਲਬ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ, ਤੇ ਇਹ ਸਾਰੀਆਂ ਆਤਮਾਵਾਂ ਹਲਕੀ ਕੁਆਲਿਟੀ ਦੀ ਆਤਮਾਵਾਂ ਹਨ। ਉਹ ਬੇਹੱਦ ਦੀ ਆਤਮਾਵਾਂ ਨਹੀਂ ਹਨ। ਹੱਦ ਵਾਲੀਆਂ ਆਤਮਾ ਸ਼ਿਵ ਤੱਕ ਹੀ ਆਉਂਦੀਆਂ ਹਨ, ਯਾਨੀ ਇੱਕ ਬ੍ਰਹਮੰਡ ਦੇ ਮਾਲਿਕ ਸ਼ਿਵ ਤੱਕ ਦਾ ਹੀ ਗਿਆਨ ਸਮਝ ਸਕਦੀ ਹੈ, ਤੇ ਉਹ ਆਤਮਾ ਇਸ ਬ੍ਰਹਮੰਡ ਦੀ ਹੋ ਗਈ ਨਾ, ਜੋ ਸ਼ਿਵ ਤੋਂ ਅੱਗੇ ਦੇ ਗਿਆਨ ਤੇ ਨਹੀਂ ਜਾਂਦੀ। ਪਰ ਇਹਨਾਂ ਆਤਮਾਵਾਂ ਤੇ ਇਸ ਬ੍ਰਹਮੰਡ ਦਾ ਵੀ ਗਿਆਨ ਨਹੀਂ ਹੈ। ਇਹ ਇੱਕਦਮ ਮੱਛਰ ਦੀ ਤਰ੍ਹਾਂ ਦੀ ਜਾਂ ਹਲਕੀ ਕੁਆਲਿਟੀ ਵਾਲੀ ਆਤਮਾਵਾਂ ਹਨ। ਬੇਸ਼ੱਕ ਇਹ ਬ੍ਰਹਮੰਡਾਂ ਦਾ ਗਿਆਨ ਨਾ ਸੁਣੇ, ਪਰ ਸ਼ਾਸਤਰਾਂ ਨੂੰ ਤੇ ਸੱਚ ਮੰਨੇ। ਇਹ ਤੇ ਸ਼ਾਸਤਰਾਂ ਨੂੰ ਵੀ ਝੂਠ ਮੰਨਦੇ ਹਨ ਅਤੇ 5000 ਸਾਲ ਦਾ ਵਰਲਡ ਡਰਾਮਾ ਕਹਿੰਦੇ ਹਨ। ਇਹ 5000 ਸਾਲ ਦਾ ਕਲਪ ਕਹਿੰਦੇ ਹਨ। ਕਲਪ ਮਤਲਬ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ, ਤੇ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ 4 ਅਰਬ 32 ਕਰੋੜ ਸਾਲ ਦੀ ਰਾਤ, ਅਤੇ ਇੰਨੇ ਹੀ ਸਾਲ ਦਾ ਦਿਨ ਹੁੰਦਾ ਹੈ, ਯਾਨੀ 8 ਅਰਬ 64 ਕਰੋੜ ਦਾ ਇੱਕ ਕਲਪ ਹੁੰਦਾ ਹੈ। ਪਰ ਉਹ ਤੇ 5000 ਸਾਲ ਨੂੰ ਇੱਕ ਕਲਪ ਕਹਿੰਦੇ ਹਨ ਕਿ ਧਰਤੀ ਤੇ 8 ਲక్ష్ਮੀ ਨਾਰਾਇਣ ਅਤੇ 8 ਰਾਧਾ ਕ੍ਰਿਸ਼ਨ ਹੋਏ, 12 ਰਾਮ 12 ਸੀਤਾ ਹੋਏ। ਅੱਜ ਤੋਂ 2500 ਸਾਲ ਪਹਿਲਾਂ ਸੀਤਾ ਰਾਮ ਹੋਏ। ਆਨੰਦ ਪਰ ਬਾਪੂ ਜੀ, ਇਹ ਉਹਨਾਂ ਦੀ ਗਲਤੀ ਨਹੀਂ ਹੈ। ਉਹਨਾਂ ਨੂੰ ਜੋ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਹੈ ਉਹੀ ਉਹ ਕਹਿੰਦੇ ਹਨ। ਬਾਪੂ ਜੀ, ਇਹ ਗਿਆਨ ਉਹਨਾਂ ਨੂੰ ਕਿਹਨੇ ਪੜ੍ਹਾਇਆ? ਕਿ ਆਲਮਾਈਟੀ ਅਥਾਰਟੀ ਨੇ ਪੜ੍ਹਾਏਗਾ?
ਇਹ ਗਿਆਨ ਇਹਨਾਂ ਨੂੰ ਕ੍ਰਿਸ਼ਨ ਵਾਲੀ ਆਤਮਾ ਨੇ ਪੜਾਇਆ। ਅੱਜ ਤੋਂ 5000 ਸਾਲ ਪਹਿਲਾਂ ਕ੍ਰਿਸ਼ਨ ਵਾਲੀ ਆਤਮਾ ਨੂੰ ਧਰਤੀ ਤੇ ਭੇਜਿਆ ਗਿਆ ਸੀ ਅਤੇ ਕ੍ਰਿਸ਼ਨ ਵਾਲੀ ਆਤਮਾ ਆਲਮਾਈਟੀ ਅਥਾਰਟੀ ਦਾ ਇੱਕ ਅਵਤਾਰ ਹੈ ਤੇ 5000 ਸਾਲ ਵਾਲੀ ਕ੍ਰਿਸ਼ਨ ਵਾਲੀ ਆਤਮਾ ਹੀ ਉਸ ਦੇ ਅੰਦਰ ਹੈ ਨਾ, ਤੇ 5000 ਸਾਲ ਦਾ ਉਹ ਕ੍ਰਿਸ਼ਨ ਵਾਲਾ ਹੋਇਆ। ਉਸ ਤੋਂ ਬਾਅਦ ਕ੍ਰਿਸ਼ਨ ਨੇ ਸਰੀਰ ਛੱਡ ਦਿੱਤਾ। ਉਸ ਤੋਂ ਬਾਅਦ ਜੰਮਣ ਮਰਨ ਦੇ ਚੱਕਰ ਤੇ ਉਹ ਆਤਮਾ ਵੀ ਆਂਦੀ ਹੈ ਨਾ। ਅਨੰਤ ਕ੍ਰਿਸ਼ਨ ਤੇ ਆਪ ਹੀ ਅਰਜਨ ਨੂੰ ਕਿਹਾ ਹੈ ਕਿ ਤੂੰ ਨਹੀਂ ਜਾਣਦਾ ਤੇਰੇ ਕਿੰਨੇ ਜਨਮ ਹੋਏ ਹਨ ਅਤੇ ਮੇਰੇ ਵੀ ਕਿੰਨੇ ਜਨਮ ਹੋਏ ਹਨ, ਪਰ ਤੂੰ ਨਹੀਂ ਜਾਣਦਾ ਨਾ ਬਾਪੂ ਜੀ। ਤੇ ਕ੍ਰਿਸ਼ਨ ਤੋਂ ਪਹਿਲਾਂ ਰਾਮ ਅਵਤਾਰ ਹੋਇਆ ਤੇ ਰਾਮ ਨੂੰ ਹੋਏ 8,69,000 ਸਾਲ ਹੋਏ ਹਨ, ਕਿਉਂਕਿ ਰਾਮ ਤ੍ਰੇਤਾ ਦੇ ਯੁੱਗ ਦੇ ਅੰਤ ਤੇ ਹੋਏ। ਇਸੇ ਤਰ੍ਹਾਂ ਰਾਮ ਵੀ ਜੰਮਣ ਮਰਨ ਦੇ ਚੱਕਰ 'ਚ ਆਉਂਦੇ ਹਨ। ਇਸੇ ਤਰ੍ਹਾਂ ਕ੍ਰਿਸ਼ਨ ਵੀ ਜੰਮਣ ਮਰਨ ਦੇ ਚੱਕਰ ਤੇ ਆਉਂਦੇ ਹਨ। ਇਸ ਕਰਕੇ ਉਹ ਆਪਣੇ ਆਪ ਨੂੰ ਭੁੱਲ ਜਾਂਦੇ ਹਨ ਕਿ ਮੈਂ ਕੌਣ ਹਾਂ। ਸਾਧਾਰਨ ਮਨੁੱਖ ਵੀ ਭੁੱਲ ਜਾਂਦਾ ਹੈ। ਇਸੇ ਕਰਕੇ ਕ੍ਰਿਸ਼ਨ ਵਾਲੀ ਆਤਮਾ ਇਹ 5000 ਸਾਲ ਦਾ ਵਰਲਡ ਡਰਾਮਾ ਕਹਿ ਰਹੀ ਹੈ। ਅਨੰਤ ਤੇ ਬਾਪੂ ਜੀ, ਇਸੇ ਗੱਲ ਦੇ ਨਾਲ ਮੈਂ ਇੱਕ ਹੋਰ ਵੀ ਸਵਾਲ ਆਪ ਜੀ ਤੋਂ ਪੁੱਛਣਾ ਚਾਹਾਂਗਾ, ਜੋ ਕਿ ਬਹੁਤ ਇੰਪੋਰਟੈਂਟ ਹੈ ਕਿ ਸ਼ਿਵ ਜੋ ਹਨ, ਯਾਨੀ ਸ਼ਿਵ ਆਕਾਰੀ, ਸ਼ਿਵ ਨਿਰਾਕਾਰੀ ਅਤੇ ਸ਼ਿਵ ਸਾਕਾਰੀ, ਕਿ ਉਹ ਕਿਸੇ ਮਨੁੱਖ ਆਤਮਾ ਤੇ ਪ੍ਰਵੇਸ਼ ਕਰ ਸਕਦੇ ਹਨ? ਬਾਪੂ ਜੀ, ਵੇਖੋ, ਇਸ ਬ੍ਰਹਮੰਡ ਦਾ ਮਾਲਿਕ ਸ਼ਿਵ ਹੈ। ਉਸ ਨੂੰ ਦੂਸਰੇ ਦੇ ਸਰੀਰ ਤੇ ਪ੍ਰਵੇਸ਼ ਕਰਕੇ ਕੰਮ ਕਰਾਉਣ ਦੀ ਕੀ ਲੋੜ ਹੈ? ਉਸ ਦੇ ਆਪਣੇ ਖੁਦ ਦੇ ਅਵਤਾਰ ਹੁੰਦੇ ਹਨ ਨਾ। ਸ਼ਿਵ ਦੇ 28 ਅਵਤਾਰ ਹੁੰਦੇ ਹਨ। ਅਨੰਤ ਹਾਂ, ਜੇਕਰ ਉਹਨਾਂ ਨੂੰ ਪ੍ਰਵੇਸ਼ ਕਰਾ ਕੇ ਹੀ ਕੰਮ ਕਰਾਉਣਾ ਹੁੰਦਾ ਤੇ 28 ਅਵਤਾਰ ਕਿਉਂ ਲੈਂਦੇ? ਬਾਪੂ ਜੀ, ਪ੍ਰਵੇਸ਼ ਕਰਾ ਕੇ ਕੰਮ ਕਰਾਉਣ ਵਾਲੀ ਆਤਮਾ ਨੂੰ ਅਸੀਂ ਭੂਤ ਪ੍ਰੇਤ ਕਹਿੰਦੇ ਹਾਂ। ਭੂਤ ਪ੍ਰੇਤ ਕਿਸੇ ਦੇ ਸਰੀਰ ਤੇ ਪ੍ਰਵੇਸ਼ ਕਰਕੇ ਬੋਲਦੇ ਹਨ, ਭਾਵੇਂ ਉਹ ਗਿਆਨ ਹੀ ਕਿਉਂ ਨਾ ਦੇਣ, ਤਾਂ ਵੀ ਉਹਨਾਂ ਨੂੰ ਭੂਤ ਹੀ ਕਵਾਂਗੇ ਨਾ। ਅਨੰਤ ਬਾਪੂ ਜੀ, ਸ਼ਿਵ ਭਗਵਾਨ ਕਿਸੇ ਦੇ ਸਰੀਰ ਤੇ ਪ੍ਰਵੇਸ਼ ਕਰਨ, ਇਸ ਤਰ੍ਹਾਂ ਦੀ ਗੱਲ ਤੇ ਭਾਰਤ ਦੇ ਕਿਸੇ ਵੀ ਸ਼ਾਸਤਰ ਤੇ ਨਹੀਂ ਲਿਖੀ ਹੈ। ਬਾਪੂ ਜੀ, ਹਾਂ, ਅੱਜ ਤੱਕ 4 ਵੇਦ, 16 ਉਪਨਿਸ਼ਦ, 18 ਪੁਰਾਣ ਵੀ ਜ਼ਿਆਦਾਤਰ ਮੈਂ ਪੜ੍ਹੇ ਹਨ ਵੱਡੇ ਰੂਪ ਤੇ, ਪਰ ਮੈਂ ਅੱਜ ਤੱਕ ਕਦੀ ਨਹੀਂ ਕਿਹਾ ਕਿ ਸ਼ਿਵ ਨੇ ਕਿਸੇ ਤੇ ਪ੍ਰਵੇਸ਼ ਕਰਕੇ ਗਿਆਨ ਦਿੱਤਾ ਹੋਵੇ। ਉਹ ਤੇ ਡਾਇਰੈਕਟ ਪ੍ਰੇਰਣਾ ਜਾਂ ਬੁੱਧ ਦੇ ਕੇ ਵੀ ਕੰਮ ਕਰਾ ਸਕਦਾ ਹੈ। ਉਹ ਤੇ ਆਪ ਹੀ ਆਪਣਾ ਅਵਤਾਰ ਲੈਂਦਾ ਹੈ। 28 ਅਵਤਾਰ ਹੋਏ ਹਨ ਸ਼ਿਵ ਦੇ, ਯਾਨੀ ਆਪਣੇ ਖੁਦ ਦੇ, ਤੇ ਉਹ ਕਿਸੇ ਤੇ ਪ੍ਰਵੇਸ਼ ਨਹੀਂ ਕਰਦੇ। ਕਿਸੇ ਤੇ ਪ੍ਰਵੇਸ਼ ਕਰਨ ਵਾਲੀ ਆਤਮਾ ਤੇ ਭੂਤ ਪ੍ਰੇਤ ਹੀ ਦੀ ਹੁੰਦੀ ਹੈ। ਉਸ ਨੂੰ ਅਸੀਂ ਭੂਤ ਪ੍ਰੇਤ ਕਹਿੰਦੇ ਹਾਂ। ਹਲਕੀ ਕੁਆਲਿਟੀ ਦੀ ਆਤਮਾ ਤੇ ਭੂਤ ਪ੍ਰੇਤ ਪ੍ਰਵੇਸ਼ ਕਰਕੇ ਕੰਮ ਕਰਵਾਉਂਦੇ ਹਨ। ਬ੍ਰਹਮਾ ਕੁਮਾਰੀ ਤੇ ਕ੍ਰਿਸ਼ਨ ਵਾਲੀ ਆਤਮਾ ਪ੍ਰਵੇਸ਼ ਕਰਦੀ ਹੈ, ਸ਼ਿਵ ਥੋੜੀ ਪ੍ਰਵੇਸ਼ ਕਰਦਾ ਹੈ। ਇਹ ਮੈਂ ਪਹਿਲਾਂ ਵੀ ਦੱਸਿਆ ਹੈ। ਸ਼ਿਵ ਬਾਬਾ ਅਤੇ ਬੇਹਦ ਦੇ ਬਾਪ ਦੇ ਵਿਚਕਾਰ ਦਾ ਫਰਕ। ਅਨੰਤ PBK ਤੇ ਵੀ ਇਹੀ ਗੱਲ ਕਹੀ ਜਾਂਦੀ ਹੈ। ਬਾਪੂ ਜੀ, PBK ਤੇ ਰਾਮ ਵਾਲੀ ਆਤਮਾ ਸ਼ੰਕਰ ਦਾ ਰੋਲ ਕਰ ਰਹੀ ਹੈ। ਉੱਥੇ ਕਹਿੰਦੇ ਹਨ ਕਿ ਸ਼ਿਵ ਮੇਰੇ ਅੰਦਰ ਆਂਦਾ ਹੈ, ਉਹ ਤੇ ਰਾਮ ਵਾਲੀ ਆਤਮਾ ਹੈ। ਇੱਥੇ ਯਾਨੀ ਬ੍ਰਹਮਾ ਕੁਮਾਰੀ ਤੇ ਕ੍ਰਿਸ਼ਨ ਵਾਲੀ ਆਤਮਾ ਕਹਿੰਦੀ ਹੈ ਕਿ ਸ਼ਿਵ ਮੇਰੇ ਅੰਦਰ ਆਂਦਾ ਹੈ, ਅਤੇ ਕਹਿੰਦੇ ਹਨ ਕਿ ਬਾਪ ਦਾਦਾ ਕੰਬਾਈਨ ਯਾਨੀ ਇੱਕ ਰੂਪ ਹਨ, ਇੱਕ ਘੜੀ ਵੀ ਵੱਖ ਨਹੀਂ ਹੁੰਦੇ। ਤੇ ਗਿਆਨੀ ਨੂੰ ਗਿਆਨ ਸਾਗਰ ਤੇ ਡੁੱਬਣਾ ਚਾਹੀਦਾ, ਵਿਚਾਰ ਸਾਗਰ ਮੰਥਨ ਯਾਨੀ ਗਿਆਨ ਦੀ ਨਜ਼ਰ ਨਾਲ ਵੇਖਣਾ ਅਤੇ ਇਹਨਾਂ ਗੱਲਾਂ ਨੂੰ ਸੋਚਣਾ ਸਮਝਣਾ ਚਾਹੀਦਾ। ਸਾਡੀ ਸਾਰੀਆਂ ਵੀਡੀਓਜ਼ ਵੇਖੋ। ਡਿਫਰੈਂਸ ਬਿਟਵੀਨ ਸ਼ਿਵ ਬਾਬਾ ਐਂਡ ਬੇਹਦ ਕਾ ਬਾਪ, ਯਾਨੀ ਸ਼ਿਵ ਬਾਬਾ ਅਤੇ ਬੇਹਦ ਦੇ ਬਾਪ ਦੇ ਵਿਚਕਾਰ ਦਾ ਫਰਕ। ਜੇਕਰ ਬੇਹਦ ਦੇ ਬੱਚੇ ਹੋਣਗੇ ਤੇ ਉਹਨਾਂ ਦੇ ਕੋਲ ਬੇਹਦ ਦੀ ਬੁੱਧ ਹੋਏਗੀ ਤੇ ਬੁੱਧ ਚਲੇਗੀ। ਬਾਕੀ ਜੋ ਹੱਦ ਦੀ ਬੁੱਧ ਵਾਲੇ ਹੋਣਗੇ ਤੇ ਇਹਨਾਂ ਦੀ ਬੁੱਧ ਤੇ ਇਹ ਗਿਆਨ ਸਮਝ ਨਹੀਂ ਆਏਗਾ। ਇਸ ਲਈ ਅਸੀਂ ਬੇਹਦ ਦੇ ਬੱਚਿਆਂ ਨੂੰ ਕਵਾਂਗੇ ਕਿ ਬੇਹਦ ਦੇ ਗਿਆਨ ਦੇ ਸਮੁੰਦਰ ਨੂੰ ਸੋਚਣ, ਉਸ ਨੂੰ ਵਿਚਾਰਨ। ਅਨੰਤ ਜੇਕਰ ਇਸ ਧਰਤੀ ਲੋਕ ਦੀ ਸਾਰੀਆਂ ਆਤਮਾਵਾਂ ਉੱਪਰ ਦੇ ਲੋਕ ਤੇ ਮਲਟੀਵਰਸ ਤੋਂ ਵੀ ਉੱਪਰ ਜਾਣਾ ਚਾਹੁੰਦੀਆਂ ਹੋਣ ਤੇ ਉਹ ਕੀ ਕਰਨ? ਬਾਪੂ ਜੀ, ਮਲਟੀਵਰਸ ਤੋਂ ਵੀ ਉੱਪਰ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹਨਾਂ ਦੀ ਬੁੱਧ ਤੇ ਇਹ ਗਿਆਨ ਆਏਗਾ ਹੀ ਨਹੀਂ।
ਬੇਹੱਦ ਦੀ ਆਤਮਾਵਾਂ ਵੀ ਸਿਰਫ 9 ਲੱਖ ਵਾਲੀਆਂ ਹੀ ਥੋੜਾ ਬਹੁਤਾ ਹੀ ਗਿਆਨ ਲੈਣਗੀਆਂ। 16,000 ਥੋੜਾ ਕੁਝ ਅੱਗੇ ਵਧਣਗੀਆਂ। 1008 ਅਤੇ 108 ਆਤਮਾਵਾਂ ਤੇ ਗਿਆਨ ਸਾਗਰ ਤੇ ਡੁੱਬਣਗੀਆਂ। ਇਸ ਤੋਂ ਜ਼ਿਆਦਾ ਤੇ ਗਿਆਨ ਦੇ ਸਮੁੰਦਰ ਤੇ ਕੋਈ ਡੁੱਬੇਗਾ ਹੀ ਨਹੀਂ। ਸਾਡਾ ਗਿਆਨ ਜੋ ਕਿ ਬੇਹੱਦ ਦੇ ਗਿਆਨ ਦਾ ਸਮੁੰਦਰ ਹੈ, ਉਸ ਤੇ ਕੋਈ ਡੁੱਬੇਗਾ ਹੀ ਨਹੀਂ। ਉਸ ਦੀ ਬੁੱਧ ਤੇ ਗਿਆਨ ਆਏਗਾ ਹੀ ਨਹੀਂ। ਜ਼ਿਆਦਾ ਤੋਂ ਜ਼ਿਆਦਾ ਮਲਟੀਵਰਸ ਤੱਕ ਦਾ ਗਿਆਨ ਸਮਝ ਤੇ ਆਏਗਾ। ਜੇਕਰ ਕੋਈ ਮਲਟੀਵਰਸ ਦੀ ਆਤਮਾ ਹੋਏਗੀ ਅਤੇ ਜੋ ਗ੍ਰੇਟ ਯੂਨੀਵਰਸ ਤੋਂ ਆਈ ਹੋਏਗੀ, ਸਾਡੇ ਮਲਟੀਵਰਸ ਤੇ, ਜਿਸ ਤਰ੍ਹਾਂ ਕਿ ਅਸੀਂ ਵੀਡੀਓਜ਼ ਬਣਾਈ ਹੈ, ਗ੍ਰੇਟ 17, ਗ੍ਰੇਟ 15, ਗ੍ਰੇਟ 16 ਯੂਨੀਵਰਸ ਵਾਲੀ ਕੋਈ ਆਤਮਾ ਹੈ ਤੇ ਉਸ ਨੂੰ ਮਲਟੀਵਰਸ ਦਾ ਗਿਆਨ ਸਮਝ ਤੇ ਆਏਗਾ। ਸਾਰਿਆਂ ਨੂੰ ਮਲਟੀਵਰਸ ਦਾ ਗਿਆਨ ਨਹੀਂ ਸਮਝ ਆਏਗਾ। ਆਤਮਾ ਦੀ ਪਛਾਣ ਹੈ ਗਿਆਨ। ਕੋਈ ਆਤਮਾ ਜਿੱਥੋਂ ਤੱਕ ਦਾ ਗਿਆਨ ਸਮਝ ਲੈਂਦੀ ਹੈ, ਉਹ ਉੱਥੋਂ ਤੱਕ ਦੀ ਹੈ, ਜਾਂ ਉਸ ਬ੍ਰਹਮੰਡ ਤੋਂ ਜਾਂ ਉਸ ਸਿਰਜਣਹਾਰ ਦੀ ਸਿਰਜਣਾ ਹੈ। ਹੁਣ ਜੇਕਰ ਕਿਸੇ ਆਤਮਾ ਨੂੰ ਲੱਖ ਵਾਰ ਵੀ ਗਿਆਨ ਸਮਝਾਓ ਤਾਂ ਵੀ ਉਹ ਗਿਆਨ ਨਹੀਂ ਸੁਣਦੀ। ਸਵੇਰੇ ਉੱਠਦੇ ਸਾਥ ਹੀ ਸ਼ਿਵ ਦੇ ਮੰਦਿਰ ਤੇ ਪਹੁੰਚ ਜਾਂਦੀ ਹੈ ਤੇ ਸਮਝੋ ਕਿ ਉਹ ਇਸ ਬ੍ਰਹਮੰਡ ਦੇ ਸਿਰਜਣਹਾਰ ਯਾਨੀ ਸ਼ਿਵ ਦੀ ਰਚਨਾ ਹੈ। ਇਸ ਕਰਕੇ ਉਹ ਇਸ ਤੋਂ ਅੱਗੇ ਦਾ ਗਿਆਨ ਨਹੀਂ ਸਮਝ ਸਕਦੀ ਤੇ ਉਹ ਬੇਹੱਦ ਦੀ ਆਤਮਾ ਨਹੀਂ ਹੈ। ਇਸ ਕਰਕੇ ਐਸੀਆਂ ਆਤਮਾਵਾਂ ਨੂੰ ਗਿਆਨ ਨਹੀਂ ਦੇਣਾ ਚਾਹੀਦਾ। ਗਿਆਨ ਨੌਲੇਜ ਵੇਖ ਕੇ ਦੇਣਾ ਚਾਹੀਦਾ। ਐਸੀਆਂ ਵੈਸੀਆਂ ਆਤਮਾਵਾਂ ਨੂੰ ਗਿਆਨ ਨਹੀਂ ਦੇਣਾ ਚਾਹੀਦਾ। ਫਿਰ ਵੀ ਅਸੀਂ ਜੋ ਵੀਡੀਓਜ਼ ਬਣਾਈਆਂ ਹਨ, ਉਹਨਾਂ ਤੇ ਹੱਦ ਦੀਆਂ ਗੱਲਾਂ ਵੀ ਹਨ ਅਤੇ ਬੇਹੱਦ ਦੀਆਂ ਗੱਲ ਵੀ ਹਨ। ਹੱਦ ਦੇ ਬੱਚਿਆਂ ਲਈ ਵੀ ਹੈ ਕਿ ਉਹ ਮੁਕਤੀ ਜਾਂ ਮੋਖ ਕਿਸ ਤਰ੍ਹਾਂ ਪ੍ਰਾਪਤ ਕਰਨ ਅਤੇ ਬੇਹੱਦ ਦੀਆਂ ਆਤਮਾਵਾਂ ਵੀ ਕਿਸ ਤਰ੍ਹਾਂ ਜੀਵਨ ਮੁਕਤੀ ਪ੍ਰਾਪਤ ਕਰਨਗੀਆਂ। ਇਸ ਲਈ ਹੱਦ ਵਾਲੀਆਂ ਆਤਮਾਵਾਂ ਦੀ ਮੁਕਤੀ ਅਤੇ ਬੇਹੱਦ ਦੀਆਂ ਆਤਮਾਵਾਂ ਦੀ ਬੇਹੱਦ ਦੀ ਜੀਵਨ ਮੁਕਤੀ ਹੀ ਇਸ ਨੂੰ ਕਵਾਂਗੇ। ਆਨੰਦ। ਬਾਪੂ ਜੀ, ਇੱਥੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਜੋ ਲੋਕੀ ਇਸ ਵੀਡੀਓ ਨੂੰ ਵੇਖ ਅਤੇ ਸੁਣ ਰਹੇ ਹਨ ਅਤੇ ਬਾਪੂ ਜੀ ਦਾ ਗਿਆਨ ਦੇਣ ਲਈ ਧੰਨਵਾਦ ਕਰਨਾ ਚਾਹੁੰਦੇ ਹਨ ਤੇ ਜ਼ਰੂਰ ਉਹ ਸਾਡੇ ਵੀਡੀਓਜ਼ ਨੂੰ ਲਾਈਕ ਕਰਨ, ਸ਼ੇਅਰ ਕਰਨ ਅਤੇ ਵੀਡੀਓਜ਼ ਦੇ ਨੀਚੇ ਕਮੈਂਟ ਬਾਕਸ ਤੇ ਪਰਮ ਸ਼ਾਂਤੀ ਲਿਖਣ, ਤਾਂ ਕਿ ਸਾਨੂੰ ਪਤਾ ਚੱਲੇ ਕਿ ਆਪ ਸਾਰੇ ਸਰੋਤੇ ਵੀਡੀਓਜ਼ ਵੇਖ ਅਤੇ ਲਾਈਕ ਕਰ ਰਹੇ ਹੋ। ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰੋ, ਸੋਸ਼ਲ ਮੀਡੀਆ ਦੇ ਅੰਦਰ ਵੀ ਸ਼ੇਅਰ ਕਰੋ, ਤਾਂ ਕਿ ਸਾਰੇ ਲੋਕਾਂ ਤੱਕ ਵੱਧ ਤੋਂ ਵੱਧ ਗਿਆਨ ਪਹੁੰਚੇ। ਗਿਆਨਦਾਨ ਮਹਾਦਾਨ ਹੈ। ਦੂਸਰੀ ਗੱਲ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਅੰਕੁਰ ਜੀ ਦਾ ਫੋਨ ਨੰਬਰ ਅਤੇ ਸਾਡਾ ਈਮੇਲ ID ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਰੱਖਿਆ ਹੈ। ਜੇਕਰ ਆਪ ਜੀ ਸਾਡੇ ਸਾਰੇ ਵੀਡੀਓਜ਼ ਵੇਖਦੇ ਅਤੇ ਸੁਣਦੇ ਹੋ ਅਤੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਆਪ ਜੀ ਨੂੰ ਸਾਡੇ ਸਾਰੇ ਵੀਡੀਓ ਸੁਣਨੇ ਅਤੇ ਸਮਝਣੇ ਪੈਣਗੇ ਤੇ ਫਿਰ ਅਸੀਂ ਆਪ ਜੀ ਨੂੰ ਆਪਣੇ WhatsApp ਗਰੁੱਪ ਤੇ ਐਡ ਕਰ ਸਕਦੇ ਹਾਂ। ਬਾਪੂ ਜੀ, ਆਪ ਜੀ ਕੁਝ ਕਹਿਣਾ ਚਾਹੁੰਦੇ ਹੋ ਤੇ ਆਪ ਜੀ ਪਲੀਜ਼ ਬੋਲੋ। ਬਾਪੂ ਜੀ, ਹਾਂ, ਮੈਂ ਸਾਰੀਆਂ ਆਤਮਾਵਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਕਿ ਆਪ ਜੀ ਵੇਖ ਰਹੇ ਹੋ ਕਿ ਦੁਨੀਆ ਦੀ ਕੀ ਹਾਲਤ ਹੈ। ਲੋਕੀ ਪਹਿਲਾਂ ਤੋਂ ਜ਼ਿਆਦਾ ਨੀਚੇ ਯਾਨੀ ਵਿਕਾਰਾਂ ਦੀ ਤਰਫ ਜਾ ਰਹੇ ਹਨ। ਵੇਖ ਤੇਰੇ ਸੰਸਾਰ ਦੀ ਹਾਲਤ ਕੀ ਹੋ ਗਈ ਭਗਵਾਨ। ਇੰਨੇ ਸਾਰੇ ਧਰਮ, ਸੰਪਰਦਾਇ, ਨਾਤ, ਜਾਤ ਹੋ ਗਏ ਹਨ ਕਿ ਧਰਮ ਦੇ ਨਾਂ ਤੇ ਅੱਜ ਅਧਰਮ ਹੋ ਰਿਹਾ ਹੈ। ਤੇ ਜੋ ਵੀ ਅੱਜ ਸਾਡਾ ਵੀਡੀਓਜ਼ ਵੇਖਦੇ ਹਨ, ਉਹਨਾਂ ਸਾਰੀਆਂ ਪਿਆਰੀਆਂ ਆਤਮਾਵਾਂ ਨੂੰ ਕਹਿੰਦਾ ਹਾਂ ਕਿ ਇਹ ਪਿਆਰੀਆਂ ਆਤਮਾਵਾਂ ਸਾਡੇ ਵੀਡੀਓਜ਼ ਸੁਣੋ ਅਤੇ ਆਪਣਾ ਸਵ ਪਰਿਵਰਤਨ ਯਾਨੀ ਆਪਣਾ ਖੁਦ ਬਦਲਾਵ ਕਰੋ ਅਤੇ ਸੰਸਾਰ ਦਾ ਵੀ ਬਦਲਾਵ ਕਰੋ। ਆਪਣੇ ਬਦਲਾਵ ਤੋਂ ਪੂਰੇ ਬੇਹੱਦ ਦੇ ਸੰਸਾਰ ਨੂੰ ਬਦਲਾਵ ਕਰਨ ਦੇ ਕੰਮ ਤੇ ਸਾਡਾ ਸਹਿਯੋਗ ਕਰੋ। ਬਸ ਇਹੀ ਕਵਾਂਗਾ, ਇਹੀ ਮੇਰੀ ਪਿਆਰ ਭਰੀ ਬੇਨਤੀ ਹੈ। ਹੋਰ ਮੈਂ ਕੁਝ ਨਹੀਂ ਕਵਾਂਗਾ। ਬੇਹੱਦ ਦੇ ਵਿਸ਼ਵ ਦੇ ਬਦਲਾਵ ਕਰਨ ਤੇ ਸਾਨੂੰ ਸਹਿਯੋਗ ਦਿਓ। ਪਰਮ ਸ਼ਾਂਤੀ। ਆਨੰਦ। ਪਰਮ ਸ਼ਾਂਤੀ। ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰਮ ਸ਼ਾਂਤੀ।